ਤਾਂ ਮੇਰਾ ਐਗਜ਼ਾਮਪਲ ਦੇ ਸਕਦਾ ਤਾਂ ਹੀ ਤੁਹਾਨੂੰ ਸਵਾਲ ਕੀਤਾ। ਨਹੀਂ ਹੈ, ਕੋਆਪਰੇਸ਼ਨ ਬਿਲਕੁਲ ਨਹੀਂ ਹੈ। ਮੈਨੂੰ ਤਾਂ ਹਰ ਚੀਜ਼ ਦੇ ਵਿੱਚ ਸ਼ੱਕ ਦੀ ਨਜ਼ਰ ਨਾਲ ਵੇਖਦੇ ਆ। ਕਿਉਂ ਸ਼ੱਕ ਨਾਲ ਤੁਹਾਨੂੰ? ਨਹੀਂ, ਉਹ ਤਾਂ ਉਹ ਦੱਸਣ ਨਾ। ਪਹਿਲੇ ਸੁਨੀਲ ਜਾਖੜ ਜੀ ਨਾਲ ਵੀ ਆਈ ਹੋਇਆ ਸੀ, ਹੁਣ ਮੇਰੇ ਨਾਲ ਵੀ ਆਈ ਕਰ ਰਹੇ ਆ। ਸਾਰਿਆਂ ਨੂੰ ਟਾਰਗੇਟ ਕਰੋ, ਕੱਲੇ ਸੰਦੀਪ ਨੂੰ ਕਿਉਂ ਟਾਰਗੇਟ ਕਰਦੇ? ਹਾਈ ਕਮਾਂਡ ਨੂੰ ਕਦੀ ਕੁਝ ਲਿਖਿਆ? ਮੇਰੀ ਗੱਲ ਜ਼ਰੂਰ ਰੱਖੂੰਗਾ ਮੈਂ। ਨਹੀਂ, ਜੋ ਗੱਲ ਕੈਪਟਨ ਸਾਹਿਬ ਨੇ ਕਹੀ ਰਿਜ਼ਾਈਨ ਦੇਣ ਤੋਂ ਬਾਅਦ, ਉਹੀ ਗੱਲ ਤੁਹਾਡੇ ਗੱਲਾਂ 'ਚੋਂ ਲੱਗ ਰਹੀ ਹੈ। ਕੋਈ ਨਾ ਕੋਈ ਡਿਸੀਜਨ ਤਾਂ ਲੈਣਾ ਹੀ ਪੈਣਾ। ਦੇਖੋ, ਮੈਂ ਤਾਂ ਪਹਿਲੀ ਵਾਰ ਐਮਐਲਏ ਬਣਿਆ। ਤੇ ਜਨ ਸਰੋਕਾਰ ਦੇ ਵਿੱਚ ਕੀ ਕੁਝ ਕੰਮ ਚੱਲ ਰਿਹਾ? ਕਾਂਗਰਸ ਪਾਰਟੀ ਹੈ, ਅਕਾਲੀ ਦਲ ਹੈ, ਬੀਜੇਪੀ ਹੈ, ਸਾਰਿਆਂ ਨੂੰ ਨਕਾਰਿਆ ਲੋਕਾਂ ਨੇ। ਤੇ ਹੁਣ ਕੰਮ ਹੋ ਰਹੇ ਨੇ, ਦਿਖ ਰਿਹਾ ਅਸਰ? ਤੁਸੀਂ ਪਹਿਲੇ ਗਰਾਊਂਡ ਵਰਕ ਤਾਂ ਕਰੋ। ਓਪੋਜੀਸ਼ਨ ਕਿਤੇ ਨਜ਼ਰ ਨਹੀਂ ਆ ਰਿਹਾ। ਵੀ ਵਿਲ ਸੀ ਚੇਂਜਸ। ਤੁਹਾਨੂੰ ਕੀ ਉਮੀਦਾਂ ਸੀਗੀਆਂ ਸਰਕਾਰ ਤੋਂ? ਨਹੀਂ, ਗਵਰਨੈਂਸ ਦੀ ਉਮੀਦਾਂ ਸੀ। ਇਹਨਾਂ ਨੇ ਵੀਆਈਪੀ ਕਲਚਰ ਖਤਮ ਕਰਨ ਦੀ ਗੱਲਾਂ ਕੀਤੀ ਸੀ। ਤੇ ਸਰਕਾਰੀ ਗੈਸਟ ਹਾਊਸ ਜਿਹੜੇ ਨੇ, ਉਹਦੇ 'ਚ ਐਮਐਲਏ ਤੇ ਮੰਤਰੀ ਰੁਕਣਗੇ। ਮੋਸਟ ਵੈਲਕਮ ਜੀ। ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜਿਹੜੀ ਪ੍ਰਿਯੰਕਾ ਗਾਂਧੀ ਦੀ ਚਿੱਠੀ ਆਈ ਹੈ, ਤੇ ਸਿੱਧੂ ਸਾਹਿਬ ਦੱਸ ਦੇਣ। ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ, ਮੈਂ ਸੁਨੀਲ ਕੁਮਾਰ। ਤੇ ਅੱਜ ਸਟੂਡੀਓ ਵਿੱਚ ਦੋ ਖਾਸ ਸ਼ਖਸੀਅਤਾਂ ਮੇਰੇ ਨਾਲ ਮੌਜੂਦ ਹਨ। ਸਾਡੇ ਵਰਿਸ਼ਠ ਪੱਤਰਕਾਰ ਵਰੁਣ ਭੱਟ, ਜੋ ਕਿ ਪੰਜਾਬ ਦੀ ਹਰ ਸਿਆਸੀ ਖਬਰ ਤੇ ਪੈਣੀ ਨਜ਼ਰ ਰੱਖਦੇ ਹਨ ਤੇ ਤੁਹਾਡੇ ਤੱਕ ਪਹੁੰਚਾਉਂਦੇ ਹਨ। ਤੇ ਦੂਜੇ ਪਾਸੇ ਅੱਜ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਪਹੁੰਚਣ ਮਗਰੋਂ ਜਗਬਾਣੀ ਦੇ ਸਟੂਡੀਓ 'ਚ ਪਹੁੰਚੇ ਨੇ ਅਬੋਹਰ ਤੋਂ ਵਿਧਾਇਕ ਹਨ ਕਾਂਗਰਸ ਦੇ ਸੰਦੀਪ ਜਾਖੜ। ਜਾਖੜ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਸੁਨੀਲ ਜੀ। ਧੰਨਵਾਦ ਵਰੁਣ ਜੀ। ਤੇ ਜਾਖੜ ਸਾਹਿਬ, ਅੱਜ ਬੜੇ ਸਵਾਲ ਨੇ, ਕੁਝ ਅਹਿਮ ਜਵਾਬ ਤੁਹਾਨੂੰ ਚਾਹਾਂਗੇ, ਕਿਉਂਕਿ ਸੱਤਾ ਦੇ ਵਿੱਚ ਤੁਸੀਂ ਆਏ ਹੋ, ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਹੋ। ਤੇ ਜਨ ਸਰੋਕਾਰ ਦੇ ਵਿੱਚ ਕੀ ਕੁਝ ਕੰਮ ਚੱਲ ਰਹੇ ਨੇ ਵਿਧਾਨ ਸਭਾ ਖੇਤਰ ਦੇ ਵਿੱਚ? ਦੇਖੋ, ਵਿਧਾਨ ਸਭਾ ਦੇ ਵਿੱਚ ਤਾਂ ਜਿਵੇਂ ਤੁਸੀਂ ਕਿਹਾ, ਕਮੇਟੀਜ਼ ਜਿਹੜੀ ਬਣਦੀ ਹੈ ਜੀ, ਹਰ ਮੈਂਬਰ ਨੂੰ ਕੋਈ ਕਮੇਟੀ ਦਾ ਸਦੱਸਿਆ ਬਣਾਇਆ ਜਾਂਦਾ ਹੈ। ਤੇ ਮੈਨੂੰ ਕੁਝ ਅਹਿਮ ਕਮੇਟੀ ਜਿਹੜੀ ਹੈ, ਇੱਕ ਤਾਂ ਖੇਤੀਬਾੜੀ ਕਮੇਟੀ ਜਿਹੜੀ ਹੈ, ਉਹਦਾ ਮੈਂ ਮੈਂਬਰ ਹੈਗਾ। ਇੱਕ ਕੋਆਪਰੇਟਿਵ ਕਮੇਟੀ ਤੇ ਇੱਕ ਬੁੱਢਾ ਨਾਲਾ ਗੱਗਰ ਕਮੇਟੀ ਜਿਹੜੀ ਹੈਗੀ ਹੈ, ਉਹਦਾ ਮੈਂ ਮੈਂਬਰ ਹੈਗਾ। ਤੇ ਉਹ ਸਪੈਸ਼ਲੀ ਜਿਹੜੀ ਬੁੱਢਾ ਨਾਲਾ ਗੱਗਰ ਕਮੇਟੀ ਬਹੁਤ ਇੱਕ ਅਹਿਮ ਕਮੇਟੀ ਹੈ, ਕਿਉਂਕਿ ਜੇ ਮੈਂ ਗੱਲ ਕਰਾਂ, ਅਸੀਂ ਟੇਲਾਂ ਤੇ ਬੈਠੇ ਹਾਂ। ਅਬੋਹਰ ਦਾ ਏਰੀਆ ਜਿਹੜਾ ਸਾਡਾ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਅਬੋਹਰ ਬਲਵਾਣਾ ਏਰੀਆ ਜਿਹੜਾ ਸਾਡਾ ਹੈਗਾ, ਐਂਡ ਸਾਡਾ ਸਾਰਾ ਜਿਹੜਾ ਪਾਣੀ ਹੈ ਖੇਤੀ ਵਾਸਤੇ, ਪੀਣ ਵਾਸਤੇ, ਅਸੀਂ ਟੋਟਲ ਨਹਿਰਾਂ ਦੇ ਉੱਤੇ ਅਸੀਂ ਡਿਪੈਂਡ ਕਰਦੇ ਹਾਂ। ਕਿਉਂਕਿ ਥੱਲੜਾ ਜਿਹੜਾ ਪਾਣੀ ਹੈ, ਗਰਾਊਂਡ ਵਾਟਰ ਜਿਹੜਾ ਹੈ, ਉਹ ਨਾ ਤਾਂ ਪੀਣ ਯੋਗ ਹੈ, ਨਾ ਖੇਤੀ ਕਰਨ ਯੋਗ ਹੈ। ਐਂਡ ਜਿਹੜਾ ਅੱਜ ਕੱਲ੍ਹ ਪ੍ਰਦੂਸ਼ਣ, ਅੱਜ ਕੱਲ੍ਹ ਤਾਂ ਨਹੀਂ, ਕਈ ਸਾਲਾਂ ਤੋਂ ਜਿਹੜਾ ਚੱਲ ਰਿਹਾ, ਮਤਲਬ ਬਹੁਤ ਵੱਡਾ ਫੈਕਟਰ ਹੈ। ਉਹਦੇ ਨਾਲ ਬਿਮਾਰੀਆਂ ਜਿਹੜੀ ਫੈਲ ਰਹੀ ਹੈ, ਆਉਣ ਵਾਲੀ ਪੀੜ੍ਹੀਆਂ ਦੇ ਉੱਤੇ ਅਸਰ ਜਾ ਰਿਹਾ ਹੈ। ਅਤੇ ਬਹੁਤ ਉਹਦੇ ਉੱਤੇ ਸਰਕਾਰ ਕੰਮ ਵੀ ਕਰ ਰਹੀ ਹੈ ਲਗਾਤਾਰ। ਪਹਿਲੇ ਵੀ ਸਰਕਾਰਾਂ ਕੰਮ ਕਰ ਰਹੀ ਸੀ, ਪਰ ਕੋਈ ਰਿਜ਼ਲਟ ਨਹੀਂ ਦੇਖਣ ਨੂੰ ਮਿਲ ਰਿਹਾ ਸੀਗਾ। ਅਤੇ ਉਸ ਕਮੇਟੀ ਦਾ ਮੈਂਬਰ ਹੈਗਾ। ਹੁਣ ਮੈਨੂੰ ਉਮੀਦ ਹੈ ਵੀ ਜਿਸ ਤਰੀਕੇ ਨਾਲ ਈਵਨ ਸੈਂਟਰਲ ਗੌਰਮੈਂਟ ਬਹੁਤ ਇਸ ਮਸਲੇ 'ਤੇ ਬਹੁਤ ਸੀਰੀਅਸ ਹੈ, ਉਹ ਫੰਡਿੰਗ ਵੀ ਕਰ ਰਹੀ ਹੈ। ਕਿਉਂਕਿ ਲੁਧਿਆਣਾ ਸ਼ਹਿਰ ਜਿਹੜਾ ਅਲਟੀਮੇਟਲੀ ਉਹ ਜਿਹੜਾ ਵੇਸਟ ਵਾਟਰ ਹੈ ਲੁਧਿਆਣੇ ਦਾ, ਸੀਵਰ ਦਾ, ਇੰਡਸਟਰੀ ਦਾ, ਉਹ ਫਿਰ ਪਾਣੀ ਅਲਟੀਮੇਟਲੀ ਘੁੰਮ ਕੇ ਸਾਡੇ ਕੋਲੇ ਪਹੁੰਚਦਾ ਹੈ। ਐਂਡ ਉਹਨੂੰ ਬਹੁਤ ਹੀ ਸਾਫ਼ ਕਰਨ ਦੀ ਬਹੁਤ ਵੱਡੀ ਮਤਲਬ ਸਮੱਸਿਆ ਵੀ ਰਹੀ ਹੈ। ਐਂਡ ਉਮੀਦ ਹੈ ਵੀ ਜਿਹੜਾ ਕੰਮ ਹੁਣ ਚੱਲ ਰਿਹਾ, STP ਪਲਾਂਟਸ ਜਿਹੜੇ ਬਣ ਰਹੇ ਆ, ਆਪਾਂ ਲੋਕਾਂ ਨੂੰ ਐਜੂਕੇਟ ਕਰ ਰਹੇ ਵੀ ਕੋਈ ਨਾ ਕੋਈ ਅਸਰ ਪਊਗਾ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਇਆ ਜਾ ਸਕੇ। ਐਂ ਜਿਵੇਂ ਮੈਂ ਕਿਹਾ, ਖੇਤੀਬਾੜੀ ਸਾਡੀ ਜਿਹੜੀ ਹੈ ਪੂਰੀ ਉਹਦੇ ਉੱਤੇ, ਪਾਣੀ ਦੇ ਉੱਤੇ ਨਿਰਭਰ ਕਰਦੀ ਹੈ, ਨਹਿਰੀ ਪਾਣੀ ਦੇ ਉੱਤੇ। ਅਤੇ ਉਮੀਦ ਹੈ ਕੁਛ ਨਾ ਕੁਛ ਕੰਮ ਹੋਊਗਾ। ਐਂਡ ਇਹ ਜਿਹੜੀ ਕਮੇਟੀਜ਼ ਹੈ, ਜਿਵੇਂ ਤੁਸੀਂ ਪੁੱਛ ਰਹੇ ਸੀ, ਪਹਿਲੀ ਵਾਰ ਮੈਂ MLA ਬਣ ਕੇ ਆਇਆ। ਅਤੇ ਫਿਰ ਕਮੇਟੀਜ਼ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਕੱਲ੍ਹ ਜਿਵੇਂ ਆਡਿਟ ਦਿਵਸ ਵੀ ਸੀਗਾ, ਸਪੀਕਰ ਸਾਹਿਬ ਨੇ ਸਾਨੂੰ ਸੱਦਿਆ ਸੀ। ਅਸਲੀ ਸਰਕਾਰ ਦੀ ਵਰਕਿੰਗ ਜਿਹੜੀ ਹੈ ਉਸੇ ਟਾਈਮ ਪਤਾ ਲੱਗਦੀ ਵੀ ਕਿਵੇਂ ਸਰਕਾਰ ਚੱਲਦੀ ਹੈ, ਕੀ ਕੁਛ ਫੀਡਬੈਕ ਜਿਹੜਾ ਅਸੀਂ ਸਰਕਾਰ ਤੱਕ, ਲੋਕਾਂ ਨੇ ਸਾਨੂੰ ਨੁਮਾਇੰਦਾ ਬਣਾਇਆ, ਚੁਣਿਆ, ਅਤੇ ਲੋਕਾਂ ਦਾ ਫੀਡਬੈਕ ਗਰਾਊਂਡ ਲੈਵਲ 'ਤੇ ਕੀ ਕੁਛ ਹੋ ਰਿਹਾ, ਅਸੀਂ ਆਪਣਾ ਫੀਡਬੈਕ ਸਰਕਾਰ ਨੂੰ ਦਿੰਦੇ ਹਾਂ। ਪਰ ਜਾਖੜ ਸਾਹਿਬ, ਕਮੇਟੀਆਂ ਬਹੁਤ ਬਣਦੀਆਂ ਹੈਗੀਆਂ, ਫਾਈਂਡਿੰਗਸ ਵੀ ਆਉਂਦੀਆਂ ਹੈਗੀਆਂ, ਗਰਾਊਂਡ ਲੈਵਲ 'ਤੇ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਆ ਉਹ ਬਹੁਤ ਘੱਟ ਦਿਖਦੀ ਹੈਗੀ ਹੈ। ਇਹ ਚੀਜ਼ਾਂ ਨੂੰ ਲੈ ਕੇ ਕਿਵੇਂ ਯਕੀਨੀ ਬਣਾਓਗੇ? ਜਿਵੇਂ ਤੁਸੀਂ ਕਿਹਾ ਕਿ ਲੋਕਾਂ ਦਾ ਜਿਹੜਾ ਫੀਡਬੈਕ ਹੈ ਉਹ ਤੁਸੀਂ ਉੱਪਰ ਤੱਕ ਪਹੁੰਚਾਉਂਦੇ ਹੋ। ਪਿਛਲੀ ਤੁਹਾਡੀ ਸਰਕਾਰ ਕਾਂਗਰਸ ਦੇ ਵਿੱਚ ਜਿੰਨੇ ਕਾਂਗਰਸੀ ਲੀਡਰ ਹੈਗੇ ਨੇ, ਉਹ ਵੀ ਦਾਅਵਾ ਕਰਦੇ ਨੇ ਕਿ ਅਸੀਂ ਟੇਲਾਂ ਤੱਕ, ਚਾਹੇ ਉਹ ਟੈਂਡਰ ਹੋਣ ਜਾਂ ਨਾਲੇ ਪੱਕੇ ਕਰਨ ਵਾਲਾ ਕੰਮ ਹੋਵੇ, ਸਾਰਾ ਕੁਝ ਕਰਵਾਇਆ, ਪਰ ਗਰਾਊਂਡ ਲੈਵਲ 'ਤੇ ਨਹੀਂ ਦਿਖਿਆ ਹੈਗਾ। ਕਿਵੇਂ ਦੇਖਦੇ ਹੋ ਫਿਰ ਇਹ ਚੀਜ਼ਾਂ ਨੂੰ? ਨਹੀਂ ਵਰੁਣ ਜੀ, ਡੈਫੀਨੇਟਲੀ ਬਹੁਤ ਵਧੀਆ ਸਵਾਲ ਤੁਸੀਂ ਕੀਤਾ। ਪ੍ਰੋਬਲਮ ਹੈਗੀ, ਇੰਪਲੀਮੈਂਟੇਸ਼ਨ ਦੇ ਵਿੱਚ ਪ੍ਰੋਬਲਮ ਹੈਗੀ ਹੈ। ਅਤੇ ਜਿਹੜਾ ਲੋਕਾਂ ਨੇ ਸਾਰੀ ਵਿਪਕਸ਼, ਜਿਹੜਾ ਵੀ ਅੱਜ ਦੇ ਦਿਨ ਵਿਪਕਸ਼ ਦੇ ਵਿੱਚ ਬੈਠੇ ਹੈ, ਕਾਂਗਰਸ ਪਾਰਟੀ ਹੈ, ਅਕਾਲੀ ਦਲ ਹੈ, BJP ਹੈ, ਸਾਰਿਆਂ ਨੂੰ ਨਕਾਰਿਆ ਲੋਕਾਂ ਨੇ।
ਉਹ ਇਸ ਕਰਕੇ ਹੀ ਨਕਾਰਿਆ ਕਿਉਂਕਿ ਕਿੱਥੇ ਨਾ ਕਿੱਥੇ ਇੰਪਲੀਮੈਂਟੇਸ਼ਨ ਦੇ ਵਿੱਚ ਦਿੱਕਤਾਂ ਆ ਰਹੀ ਸੀ। ਤੁਸੀਂ ਗੱਲ ਕੀਤੀ ਕਮੇਟੀ ਦੀ ਫਾਈਂਡਿੰਗਸ, ਐਂਡ ਕੱਲ ਜਦੋਂ ਅਸੀਂ ਉੱਥੇ ਬੈਠੇ ਸੀ ਇੱਕ ਅਫਸਰ ਸਾਹਿਬਾਨ ਨੇ ਗੱਲ ਕੀਤੀ ਕਿ ਵੀ ਕਈ ਵਾਰੀ ਜੀ ਕੀ ਹੁੰਦਾ ਹੈ ਵੀ ਕਮੇਟੀ ਦੀ ਜਿਹੜੀ ਫਾਈਂਡਿੰਗਸ ਹੈ ਉਹ ਅਸੀਂ ਜਦੋਂ ਤੱਕ ਡਿਸਕਸ਼ਨ ਕਰਨਾ ਸ਼ੁਰੂ ਕਰਦੇ ਹਾਂ ਉਹ 5-6 ਸਾਲ ਹੋ ਜਾਂਦੇ ਉਸ ਫਾਈਂਡਿੰਗ ਨੂੰ, ਤੇ ਜਦੋਂ ਤੱਕ ਉਹ ਆਊਟਡੇਟਡ ਹੀ ਹੋ ਜਾਂਦੀ ਹੈ। ਤੇ ਇਹ ਜਿਹੜੀ ਚੀਜ਼ਾਂ ਗਵਰਨੈਂਸ ਜਿਹਨੂੰ ਆਪਾਂ ਜਿਹਨੂੰ ਕਹਿੰਦੇ ਆ, ਇਹ ਚੀਜ਼ਾਂ ਹੈ ਸੁਧਾਰ ਕਰਨ ਦੀ ਜ਼ਰੂਰਤ ਹੈ। ਐਂਡ ਸਾਡਾ ਗੋਲ ਹੈ ਜਾਂ ਸਾਡਾ ਮਕਸਦ ਹੈ ਵੀ ਅਸੀਂ ਸਰਕਾਰ ਨੂੰ ਚੇਤਾ ਕਰਾਈਏ, ਜਗਾਈਏ ਵੀ ਇਹ ਜਿਹੜੀ ਚੀਜ਼ਾਂ ਹੈ ਇਹ ਲੋਕਾਂ ਦੇ ਜਿਹੜੇ ਡਿਮਾਂਡ ਹੈ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਉਹ ਗਵਰਨੈਂਸ ਦਾ ਆਪਾਂ ਨੂੰ ਨਹੀਂ ਦਿਖ ਰਿਹਾ, ਉਹਨੂੰ ਬਦਲਾਵ, ਉਹਨੂੰ ਚੇਂਜ ਕਰਨ ਦੇ ਵਿੱਚ ਆਪਾਂ ਕੀ ਕੁਝ ਕਰ ਰਹੇ ਹਾਂ, ਕੀ ਅਸੀਂ ਕੀ ਕਰ ਸਕਦੇ ਹਾਂ ਐਜ਼ ਅ ਵਿਪਕਸ਼, ਅਸੀਂ ਅੱਜ ਕੀ ਸਰਕਾਰ ਦੀ ਮਦਦ ਕਰ ਸਕਦੇ ਹਾਂ। ਪਰ ਯੈਸ ਦਿੱਕਤਾਂ ਹੈਗੀ ਹੈ, ਉਮੀਦ ਹੈ ਵੀ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ 'ਤੇ ਰਿਜ਼ਲਟ ਦੇਖਣ ਨੂੰ ਮਿਲੂਗਾ। ਓਪੋਜੀਸ਼ਨ ਕਿਤੇ ਨਜ਼ਰ ਨਹੀਂ ਆ ਰਿਹਾ, ਕਾਂਗਰਸ ਦੇ ਵਿੱਚ ਖੁਦ ਹੀ ਖੋਖਲੀ ਹੁੰਦੀ ਜਾ ਰਹੀ ਹੈ, ਕੀ ਕਾਰਨ ਹੈ? ਨਹੀਂ, ਕਾਰਨ ਤਾਂ ਆਈ ਗੈਸ ਕਿਤੇ ਨਾ ਕਿਤੇ ਲੀਡਰਸ਼ਿਪ, ਲੈਕ ਆਫ ਲੀਡਰਸ਼ਿਪ, ਮੈਂ ਤਾਂ ਆਹੀ ਕਹੂੰਗਾ, ਲੈਕ ਆਫ ਲੀਡਰਸ਼ਿਪ। ਕਿਉਂ ਹੈਗੀ ਹੈ? ਇੱਕ ਤਾਂ ਚਾਹੇ ਜ਼ਿਲ੍ਹਾ ਪ੍ਰਧਾਨਾਂ ਨੂੰ ਲਗਾਉਣ ਦੀ ਗੱਲ ਹੋਵੇ, ਬੈਰੀਅਰਸ ਦੇ ਬੰਦੇ ਅਪਾਇੰਟ ਕਰਨ ਦੀ ਗੱਲ ਹੋਵੇ, ਉਸ ਦੇ ਵਿੱਚੋਂ ਵੀ ਸੈਕ ਕੀਤੇ ਜਾ ਰਹੇ ਨੇ। ਹਾਲ ਹੀ ਦੇ ਵਿੱਚ ਮੋਗੇ ਦਾ ਪ੍ਰਧਾਨ ਜਿਹੜਾ ਹੈਗਾ ਉਸ ਨੂੰ ਹਟਾਇਆ ਗਿਆ, ਬਰਾੜ ਨੂੰ। ਕੀ ਲੱਗਦਾ ਹੈਗਾ ਕਿ ਲੀਡਰਸ਼ਿਪ ਕੁਆਲਿਟੀ ਕਿਉਂ ਨਹੀਂ ਫਿਰ ਪੈਦਾ ਹੋ ਰਹੀ ਹੈਗੀ? ਸੀਨੀਅਰ ਕਾਂਗਰਸੀ ਲੀਡਰ ਸਾਇਲੈਂਟ ਹੋ ਗਏ ਜਾਂ ਕੁਛ ਇੱਕ ਚੁੱਪ ਨੇ, ਉਸ ਦੇ ਪਿੱਛੇ ਕੀ ਵਜ੍ਹਾ ਮੰਨਦੇ ਹੋ? ਨਹੀਂ ਵਰੁਣ ਜੀ, ਆ ਤਾਂ ਦੇਖੋ ਜਿਹੜਾ ਹਾਈ ਕਮਾਂਡ ਹੈ ਜਿਹੜੀ ਉਹਨਾਂ ਨੂੰ ਦੇਖਣਾ ਪੈਣਾ ਹੈ ਵੀ ਕੀ ਕੁਛ ਹੋ ਰਿਹਾ। ਤੇ ਜਿਵੇਂ ਤੁਸੀਂ ਕਮਲਜੀਤ ਬਰਾੜ ਜੀ ਦੀ ਗੱਲ ਕੀਤੀ, ਮੈਂ ਉਹਨਾਂ ਨਾਲ ਕੰਮ ਕੀਤਾ ਹੋਇਆ, ਬਹੁਤ ਮਿਹਨਤੀ ਯੂਥ ਕਾਂਗਰਸ ਤੋਂ ਨਿਕਲੇ ਸੀ ਅਸੀਂ, ਮੈਂ ਉਹਨਾਂ ਨਾਲ ਕੰਮ ਕੀਤਾ ਹੋਇਆ, ਬਹੁਤ ਮਿਹਨਤੀ ਲੀਡਰ ਹੈਗੇ ਹੈ, ਮਤਲਬ ਪਿਛੋਕੜ ਵੀ ਕਾਂਗਰਸੀ ਹੈਗਾ ਉਹਨਾਂ ਦਾ। ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਕੱਢਿਆ ਗਿਆ, ਮੈਨੂੰ ਨਹੀਂ ਪਤਾ ਕੀ ਗੱਲ ਹੋਈ, ਕੀ ਕੁਛ ਉਹਨਾਂ ਨੇ ਕਿਹਾ ਜਿਹਦੇ ਨਾਲ ਪਾਰਟੀ ਨੂੰ ਉਹਨਾਂ ਨੂੰ ਕੱਢਣਾ ਪਿਆ। ਲੇਕਿਨ ਜਿਹੜਾ ਮੇਰੇ ਮਨ 'ਚ ਜਿਹੜੀ ਗੱਲ ਆਉਂਦੀ ਹੈ ਵੀ ਆਪਾਂ ਕਿਸੇ ਨੂੰ ਕੱਢ ਦਿੰਦੇ ਜਦੋਂ ਪਾਰਟੀ ਤੋਂ, ਉਸ ਤੋਂ ਪਹਿਲੇ ਐਟਲੀਸਟ ਜਿਵੇਂ ਵੜਿੰਗ ਸਾਹਿਬ ਤੇ ਕਮਲਜੀਤ ਬਰਾੜ ਇਕੱਠੇ ਉਹਨਾਂ ਨੇ ਕੰਮ ਕੀਤਾ ਹੋਇਆ, ਤੇ ਉਹ ਬੁਲਾ ਲੈਂਦੇ ਉਹਨਾਂ ਨੂੰ, ਇੱਕ ਵਾਰ ਬੁਲਾ ਕੇ ਵੈਸੇ ਹੀ ਬੁਲਾ ਲੈਂਦੇ ਬਤੌਰ ਪ੍ਰਧਾਨ ਵੀ ਕੀ ਗੱਲ ਹੈ। ਉਹਨਾਂ ਨੂੰ ਜਿਹੜੀ ਕੋਈ ਉਹਨਾਂ ਨੂੰ ਲੱਗਿਆ ਵੀ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ, ਤੇ ਉਹਨਾਂ ਨੂੰ ਪੁੱਛਦੇ ਕੀ ਇਸ਼ੂ ਹੈ, ਹੋ ਸਕਦਾ ਗੱਲ ਉੱਥੇ ਮਸਲਾ ਹੱਲ ਹੋ ਜਾਂਦਾ। ਜੇ ਨਹੀਂ ਹੁੰਦਾ ਉਹਨਾਂ ਨੂੰ ਕੋਈ ਨੋਟਿਸ ਦਿੰਦੇ, ਆਈ ਡੋਂਟ ਨੋ, ਮੈਨੂੰ ਨਹੀਂ ਪਤਾ ਵੀ ਨੋਟਿਸ ਦਿੱਤਾ ਨਹੀਂ ਦਿੱਤਾ, ਪਰ ਅਖਬਾਰ ਦੇ ਵਿੱਚ ਜਿਹੜਾ ਮੈਂ ਪੜ੍ਹਿਆ ਜਾਂ ਉਹਨਾਂ ਦਾ ਮੈਂ ਇੰਟਰਵਿਊ ਸੁਣਿਆ, ਉਹ ਕਹਿੰਦੇ ਮੈਨੂੰ ਕੋਈ ਨੋਟਿਸ ਵੀ ਨਹੀਂ ਗਿਆ। ਤੇ ਫਿਰ ਕੋਈ ਨੋਟਿਸ ਦਿੰਦੇ, ਉਹਨਾਂ ਦੀ ਗੱਲ ਤਾਂ ਸੁਣਨੀ ਚਾਹੀਦੀ ਸੀ। ਹੁਣ ਬਾਕੀ ਜਿਹੜੇ ਹੈ ਗਰਾਊਂਡ ਲੈਵਲ ਦੇ, ਉਹ ਕਿਵੇਂ ਮਹਿਸੂਸ ਕਰਨਗੇ ਕਿ ਵੀ ਯਾਰ ਅੱਜ ਦੇ ਦਿਨ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਹਾ। ਮਤਲਬ ਤੁਸੀਂ ਮੰਨਦੇ ਹੋ ਕਿ ਇੱਕ ਪਾਸੇ ਰਾਹੁਲ ਗਾਂਧੀ ਦੇਸ਼ ਭਰ ਦੇ ਵਿੱਚ ਰੈਲੀਆਂ ਕਰ ਰਹੇ ਨੇ, ਦੂਜੇ ਪਾਸੇ ਸਟੇਟ ਦੇ ਵਿੱਚ ਜਿਹੜੀ ਕਾਂਗਰਸ ਲੀਡਰਸ਼ਿਪ ਹੈ ਉਹ ਸਰਵਾਈਵਲ ਹੈ, ਮਤਲਬ ਆਪਸੀ ਜਿਹੜੀ ਉਲਝਣਾਂ ਹੈਗੀਆਂ ਨੇ ਉਸੇ ਨੂੰ ਹੀ ਕੰਟਰੋਲ ਨਹੀਂ ਕਰ ਪਾ ਰਹੀਆਂ ਹੈਗੀਆਂ, ਅਨਕੰਟਰੋਲ ਹੋ ਚੁੱਕੀ ਹੈ ਕਾਂਗਰਸ ਦੇ ਵਿੱਚ ਸਿਚੁਏਸ਼ਨ। ਨਹੀਂ, ਮਤਲਬ ਉਲਝਣਾ ਤਾਂ ਹੈਗੀ ਹੈ, ਜਿੰਨੀ ਗੱਲਬਾਤ ਹੋਣੀ ਚਾਹੀਦੀ ਹੈ, ਡਾਇਲੋਗ, ਮਤਲਬ ਪ੍ਰਧਾਨ ਸਾਹਿਬ ਨੇ ਜੇ ਗੱਲ ਕੀਤੀ ਸੀ, ਆਪ ਉਹਨਾਂ ਨੇ ਗੱਲ ਕੀਤੀ ਸੀ ਡਾਇਲੋਗ ਦੀ, ਪਰ ਡਾਇਲੋਗ ਹੋ ਨਹੀਂ ਰਿਹਾ। ਨਹੀਂ ਤਾਂ ਵਜ੍ਹਾ ਕੀ ਹੈ? ਆਪਸ਼ਨ ਕੀ ਮੰਨਦੇ ਹੋ ਕਿ ਕੋਈ ਤਾਂ ਲੀਡਰ ਹੋਏਗਾ ਨਾ? ਅੱਜ ਕੱਲ ਨਵਜੋਤ ਸਿੰਘ ਸਿੱਧੂ ਹੋਣਾ ਬਾਰੇ ਬਹੁਤ ਚਰਚਾ ਛਿੜੀ ਹੋਈ ਹੈ ਕਿ ਜੇਲ੍ਹ ਤੋਂ ਬਾਹਰ ਆਣਗੇ, ਮਿਸ਼ਨ 2024 ਜਿਹੜਾ ਹੈਗਾ ਸ਼ੁਰੂ ਕਰਨਗੇ। ਹਾਲਾਂਕਿ ਹਰੀਸ਼ ਚੌਧਰੀ ਹੋਣਾ ਨੇ ਕਹਿ ਦਿੱਤਾ ਵੀ ਕੋਈ ਚਿੱਠੀ ਨਹੀਂ ਆਈ। ਇਸ ਚੀਜ਼ ਨੂੰ ਲੈ ਕੇ ਵੀ ਸਿਆਸਤ ਜਿਹੜੀ ਹੈਗੀ ਬਹੁਤ ਤੇਜ਼ ਹੋ ਚੁੱਕੀ ਹੈ। ਨਹੀਂ, ਉਹ ਤਾਂ ਦੇਖੋ ਮੈਨੂੰ ਉਸ ਮਸਲੇ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ, ਲੇਕਿਨ ਫਰਜ਼ ਤਾਂ ਬਣਦਾ ਜਿਹਨੂੰ ਪਾਰਟੀ ਨੇ ਰਿਸਪੌਂਸਿਬਿਲਿਟੀ ਦਿੱਤੀ ਹੈ, ਜਿਹੜੇ ਪ੍ਰਧਾਨ ਹੈ, ਡਾਇਲੋਗ ਤਾਂ ਉਹੀ ਕਰਨਗੇ ਵਰਕਰਾਂ ਨਾਲ, ਕਾਂਗਰਸੀਆਂ ਨਾਲ ਜਿਹੜੇ ਹੈਗੇ। ਡਾਇਲੋਗ ਤਾਂ ਉਹਨਾਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਵੀ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਉਹ ਕਿਤੇ ਨਾ ਕਿਤੇ ਉਹਦੇ ਵਿੱਚ ਮੈਨੂੰ ਆਈ ਫੀਲ। ਅੱਛਾ ਜਾਖੜ ਸਾਹਿਬ, ਦੂਜੀ ਗੱਲ ਇੱਕ ਬੜੀ ਅਹਿਮ ਗੱਲ ਆ, ਪਿੱਛੇ ਜੇ ਲਿਸਟ ਆਈ 18 ਜ਼ਿਲ੍ਹਾ ਪ੍ਰਧਾਨਾਂ ਦੀ, ਹਾਂਜੀ, 5 ਉਹਦੇ ਵਿੱਚ ਸਾਬਕਾ ਐਮਐਲਏ, ਨਵਿਆਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਕਾਂਗਰਸ ਦੇ ਵਿੱਚ। ਤੇ ਕੀ ਹੁਣ ਹਾਈ ਕਮਾਂਡ ਜਿਹੜੀ ਅੱਪਰ ਲੈਵਲ ਦੀ ਕਾਂਗਰਸ ਹੈ, ਕੀ ਉਹ ਨਵਿਆਂ ਨੂੰ ਮੌਕਾ ਦੇਣਾ ਚਾਹੁੰਦੀ ਹੈ? ਤੇ ਪੁਰਾਣੇ ਕੁਛ ਇੱਕ ਤਾਂ ਛੱਡ ਕੇ ਦੂਜੀਆਂ ਪਾਰਟੀਆਂ ਚੱਲ ਗਏ, ਸਾਰੇ ਜਗ ਜ਼ਾਹਿਰ ਨੇ ਕੌਣ ਗਿਆ ਪੰਜਾਬ ਤੋਂ ਵੀ, ਤੇ ਕੀ ਨਵਿਆਂ ਨੂੰ ਮੌਕਾ ਦੇਣ ਦੀ, ਯੂਥ ਨੂੰ ਮੌਕਾ ਦੇਣ ਦੀ ਕੋਸ਼ਿਸ਼ ਦੇ ਵਿੱਚ ਕਾਂਗਰਸ? ਨਹੀਂ, ਉਹ ਤਾਂ ਪ੍ਰਧਾਨ ਜੀ ਬਿਹਤਰ ਦੱਸ ਸਕਦੇ ਜੀ ਉਹਨਾਂ ਦੀ ਕੀ ਸੋਚ ਹੈ, ਅੱਗੇ ਕਿਵੇਂ। ਤੁਸੀਂ ਯੂਥ ਲੀਡਰ ਹੋ, ਯੂਥ ਲੀਡਰ ਦੇ ਤੌਰ ਤੇ ਵੀ ਤੁਹਾਡਾ ਹਲਕੇ ਦੇ ਵਿੱਚ ਪੂਰਾ ਨਾਂ ਚੱਲਦਾ। ਦੇਖੋ, ਆ ਤਾਂ ਨੈਚੁਰਲ ਪ੍ਰੋਸੈਸ ਹੈ, ਕੋਈ ਵੀ ਪਾਰਟੀ ਹੋਵੇ, ਹੌਲੀ ਹੌਲੀ ਨਵੇਂ ਬੰਦੇ ਆਣਗੇ, ਪੁਰਾਣੇ ਬੰਦੇ ਜਾਂ ਤਾਂ ਮਤਲਬ
ਛੱਡ ਦਿੰਦੇ ਆ ਜਾਂ ਘਰੇ ਬਹਿ ਜਾਂਦੇ ਆ ਜਾਂ ਮਤਲਬ ਏਜ ਦੇ ਹਿਸਾਬ ਨਾਲ, ਤੇ ਉਹ ਇਟ ਇਜ਼ ਅ ਔਨਗੋਇੰਗ ਨੈਚੁਰਲ ਪ੍ਰੋਸੈਸ। ਲੇਕਿਨ ਜਿਹੜਾ ਵੀ ਕੋਈ ਏਜੰਡਾ ਹੈ ਪਾਰਟੀ ਦਾ, ਉਹ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ, ਵਰਕਰਾਂ ਨੂੰ ਦੱਸਣਾ ਚਾਹੀਦਾ ਵੀ ਆਹ ਸਾਡਾ ਏਜੰਡਾ ਹੈ ਤੇ ਇਸ ਤਹਿਤ ਅਸੀਂ ਅੱਗੇ ਕੰਮ ਕਰਾਂਗੇ। ਬਲੂਪ੍ਰਿੰਟ ਜਿਹੜਾ ਕੋਈ ਹੈ, ਤੇ ਬਲੂਪ੍ਰਿੰਟ ਦੱਸਣਾ ਚਾਹੀਦਾ ਹੈ, ਮਤਲਬ ਵੀ ਸਾਡਾ ਬਲੂਪ੍ਰਿੰਟ ਹੈ ਕਿ। ਅੱਛਾ, ਵਿੱਚ ਜੇ ਤੁਸੀਂ ਗੱਲ ਕਹੀ ਕਿ ਸਰਕਾਰ ਨੂੰ 9 ਮਹੀਨੇ ਹੋਣ ਵਾਲੇ ਨੇ, ਵਿੱਚ ਜੇ ਕਿਹਾ ਸੀ ਕਿ ਉਮੀਦਾਂ ਸੀਗੀਆਂ, ਤੁਹਾਨੂੰ ਕੀ ਉਮੀਦਾਂ ਸੀਗੀਆਂ ਸਰਕਾਰ ਤੋਂ? ਨਹੀਂ, ਗਵਰਨੈਂਸ ਦੀ ਉਮੀਦਾਂ ਸੀ। ਆਮ ਬੰਦਾ ਅੱਜ ਵੀ ਧੱਕੇ ਖਾ ਰਿਹਾ, ਮਤਲਬ ਤਹਿਸੀਲ ਦੇ ਵਿੱਚ, ਥਾਣਿਆਂ ਦੇ ਵਿੱਚ ਅੱਜ ਵੀ ਧੱਕੇ ਖਾ ਰਿਹਾ। ਇਹਨਾਂ ਨੇ VIP ਕਲਚਰ ਖਤਮ ਕਰਨ ਦੀ ਗੱਲਾਂ ਕੀਤੀ ਸੀ ਵੀ ਇਹ ਜਿਹੜੇ ਗੁਨਮੈਨ ਅਸੀਂ ਖਤਮ ਕਰ ਦਿਆਂਗੇ, ਬੇਅਰ ਮਿਨੀਮਮ। ਨਹੀਂ, ਇਹਨਾਂ ਨੇ ਤਾਂ ਕਿਹਾ ਕਿ ਹੁਣ ਸਰਕਿਟ ਹਾਊਸ ਜਾਂ ਸਰਕਾਰੀ ਗੈਸਟ ਹਾਊਸ ਜਿਹੜੇ ਨੇ ਉਹਦੇ 'ਚ MLA ਤੇ ਮੰਤਰੀ ਰੁਕਣਗੇ, ਇਹ ਵੀ ਗੱਲ ਉਹਨਾਂ ਨੇ ਕਹੀ ਆ। ਨਹੀਂ, ਮੋਸਟ ਵੈਲਕਮ ਜੀ, ਰੁਕਣ ਆ ਕੇ, ਪਰ ਤੁਸੀਂ ਉਹਨਾਂ ਦੀ ਸਰਕਿਟ ਹਾਊਸਾਂ ਦੇ ਹਾਲਾਤ ਵੇਖੇ? ਨਹੀਂ, ਉਹਨਾਂ ਨੇ ਕਿਹਾ ਕਿ ਸੁਧਾਰਾਂਗੇ। ਨਹੀਂ ਲੱਗਦਾ ਉਹ ਰੁਕਣ ਲਾਇਕ ਹੈਗੇ। ਜਾਖੜ ਸਾਹਿਬ, ਸੁਨੀਲ ਨੇ ਤੁਹਾਡੇ ਤੋਂ ਪੰਜਾਬ ਦੀ ਪੋਲਿਟਿਕਸ ਬਾਰੇ ਜਾਂ ਹੋਰ ਆਮ ਲੋਕਾਂ ਦੇ ਮੁੱਦਿਆਂ ਬਾਰੇ ਚਰਚਾ ਕੀਤੀ, ਪਰ ਲੋਕ ਵੀ ਜਾਣਨਾ ਚਾਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਜਿਹੜੀ ਪ੍ਰਿਯੰਕਾ ਗਾਂਧੀ ਦੀ ਚਿੱਠੀ ਆਈ ਹੈ, ਸੁਖਜਿੰਦਰ ਸਿੰਘ ਰੰਧਾਵਾ ਮੰਗ ਕਰ ਰਹੇ ਨੇ ਕਿ ਉਹ ਸਾਰਵਜਨਿਕ ਹੋਣੀ ਚਾਹੀਦੀ ਹੈ, ਲੋਕਾਂ ਸਾਹਮਣੇ ਆਣੀ ਚਾਹੀਦੀ ਹੈਗੀ ਆ। ਤੁਸੀਂ ਕੀ ਸੋਚਦੇ ਹੈਗੇ ਹੋ ਕਿ ਇਹ ਚੀਜ਼ਾਂ ਫਿਰ ਆਣੀਆਂ ਚਾਹੀਦੀਆਂ ਨੇ, ਕਿ ਉਹ ਸਾਰਵਜਨਿਕ ਹੋਣੀ ਚਾਹੀਦੀ ਹੈ? ਤੁਸੀਂ ਕੀ ਸੋਚਦੇ ਹੋ? ਨਹੀਂ, ਦੇਖੋ, ਜਦੋਂ ਤੱਕ ਕੋਈ ਮੈਂ ਚਿੱਠੀ ਵੇਖੂੰਗਾ ਨਹੀਂ, ਮੈਂ ਉਹਦੇ ਤੇ ਕੀ ਟਿੱਪਣੀ ਕਰ ਸਕਦਾ। ਜੇ ਕੋਈ ਗੱਲ ਉੱਠੀ ਹੈਗੀ ਆ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਪ੍ਰਿਯੰਕਾ ਗਾਂਧੀ ਦੀ ਜੇਲ੍ਹ 'ਚ ਚਿੱਠੀ, ਜੇ ਕੋਈ ਚਿੱਠੀ ਭੇਜੀ ਹੈ ਤੇ ਸਿੱਧੂ ਸਾਹਿਬ ਦੱਸ ਦੇਣ ਵੀ ਯਾਰ ਹਾਂ ਕੋਈ ਚਿੱਠੀ ਆਈ ਹੈ, ਕੀ ਚਿੱਠੀ ਹੈ, ਕੀ ਉਹਦੇ ਵਿੱਚ ਲਿਖਿਆ ਹੈ, ਜਾਂ ਉਹਨਾਂ ਦੇ ਕੋਈ ਤਾਂ ਉਹ ਤਾਂ ਜਦੋਂ ਤੱਕ ਚਿੱਠੀ ਨਹੀਂ ਵੇਖਾਂਗੇ ਮੈਂ ਉਹਦੇ ਤੇ ਤਾਂ ਕੀ ਟਿੱਪਣੀ ਕਰੂੰ ਜੀ। ਪਰ 2024 ਨੂੰ ਲੈ ਕੇ ਹਰ ਇੱਕ ਪਾਰਟੀ ਸਰਗਰਮ ਹੋ ਰਹੀ ਹੈ, ਆਪਣੀ ਰਣਨੀਤੀ ਬਣਾ ਰਹੀ ਹੈਗੀ ਹੈ। ਤੁਹਾਡੀ ਕਾਂਗਰਸ ਦੀ ਕੀ ਰਣਨੀਤੀ ਰਹਿਣ ਵਾਲੀ ਹੈ? ਹੁਣ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਛੋਟਾ ਭਾਈ ਵੱਡਾ ਭਾਈ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈਗਾ, ਇਹ ਵੀ ਚਰਚਾਵਾਂ ਹੈਗੀਆਂ ਨੇ। ਤਾਂ ਦੂਜੇ ਪਾਸੇ ਸੁਨੀਲ ਜਾਖੜ ਜੀ ਭਾਜਪਾ ਦੇ ਵਿੱਚ ਹੈਗੇ ਨੇ, ਉਹ ਜਿਸ ਤਰੀਕੇ ਨਾਲ ਅਸੀਂ ਵਰਕਿੰਗ ਦੇਖ ਰਹੇ ਹੈਗੇ ਆ, ਉਹ ਲਗਾਤਾਰ ਇੱਕ ਟਾਰਗੇਟ ਸੈੱਟ ਕਰਕੇ ਚੱਲ ਰਹੇ ਨੇ ਕਿ ਭਾਜਪਾ ਨੂੰ ਅੱਗੇ ਲੈ ਕੇ ਜਾਣਾ ਹੈਗਾ। ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਸਮਝਦੇ ਹੋ? ਕਿਉਂਕਿ ਤੁਸੀਂ ਪਰਿਵਾਰ ਦਾ ਹਿੱਸਾ ਵੀ ਹੈਗੇ, ਪਰ ਤੁਸੀਂ ਹੈਗੇ ਹੁਣ ਕਾਂਗਰਸ ਦੇ ਵਿੱਚ। ਨਹੀਂ, ਦੇਖੋ, ਤੁਸੀਂ ਕਿਹਾ ਰਣਨੀਤੀ ਕੀ ਹੈ, ਕਾਂਗਰਸ ਦੀ ਰਣਨੀਤੀ ਕੀ ਹੈ? ਉਹ ਤਾਂ ਕੋਈ ਰਣਨੀਤੀਕਾਰ ਜਿਹੜੇ ਹੈ ਉਹ ਕੋਈ ਜੇ ਮੇਰੇ ਨਾਲ ਬੈਠ ਕੇ ਸਲਾਹ ਕਰਨਗੇ ਫਿਰ ਹੀ ਮੈਂ ਤੁਹਾਨੂੰ ਦੱਸੂਗਾ ਵੀ ਸਾਡੀ ਰਣਨੀਤੀ ਹੈ ਕੀ, ਤੇ ਮੇਰੇ ਨਾਲ ਤਾਂ ਕਿਸੇ ਨੇ ਸਲਾਹ ਕੀਤੀ। ਤੁਸੀਂ ਕੀ ਸੋਚਦੇ ਹੋ ਇੰਡੀਵਿਜੂਅਲ ਤੌਰ ਤੇ? ਨਹੀਂ, ਇੰਡੀਵਿਜੂਅਲ ਤੌਰ ਤੇ ਤਾਂ ਪਹਿਲੇ ਤਾਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ। ਜਿਵੇਂ ਤੁਸੀਂ ਆਪ ਕਿਹਾ, ਪਾਰਟੀ ਖੇਰੂ ਹੋਈ ਹੈ, ਤੇ ਆਪਾਂ ਇੱਕ ਪਾਸੇ ਪਾਰਟੀ ਕਮਜ਼ੋਰ ਹੋ ਗਈ ਹੈ, ਉਹ ਸਾਰਿਆਂ ਨੂੰ ਦਿਖ ਰਿਹਾ, ਤੇ ਉਹਦੇ ਬਾਵਜੂਦ ਆਪਾਂ ਲੋਕਾਂ ਨੂੰ ਕੱਢ ਰਹੇ ਹਾਂ ਪਾਰਟੀਆਂ ਤੋਂ, ਤੇ ਐਵੇਂ ਤਾਂ ਗੱਲ ਨਹੀਂ ਬਣੂਗੀ। ਪਾਰਟੀ ਨੂੰ ਇਕੱਠਾ ਕਰਨ ਵਾਸਤੇ ਕੋਈ ਕਾਮਨ ਪਲੇਟਫਾਰਮ ਬਣਾਉਣਾ ਚਾਹੀਦਾ ਹੈ। ਉਹਨੂੰ ਲੋਕਾਂ ਨੂੰ ਉਸ ਪਲੇਟਫਾਰਮ ਤੇ ਵਰਕਰਾਂ ਨੂੰ ਲੈ ਕੇ ਆਓ, ਗੱਲਬਾਤ ਕਰੋ, ਸਲਾਹ ਮਸ਼ਵਰਾ ਕਰੋ, ਉਹ ਚੀਜ਼ਾਂ ਹੋਣੀ ਚਾਹੀਦੀ ਹੈ। ਮਤਲਬ ਤੁਸੀਂ ਇੱਕ ਚੀਜ਼ ਇਹ ਮੰਨਦੇ ਹੋ ਕਿ ਜਿਸ ਤਰੀਕੇ ਨਾਲ ਫਾਰਮਰ ਐਜੀਟੇਸ਼ਨ ਹੋਇਆ, ਬੀਜੇਪੀ ਵਾਲਿਆਂ ਨੂੰ ਘਰਾਂ ਚੋਂ ਨਿਕਲਣਾ ਔਖਾ ਹੋ ਗਿਆ ਸੀ, ਪਰ ਆਪਾਂ ਹੁਣ ਜਿਹੜੀ ਇਹ ਇਲੈਕਸ਼ਨ ਦੇਖੀ, ਇਸ ਦੇ ਵਿੱਚ ਬੀਜੇਪੀ ਵਾਲਿਆਂ ਨੇ ਪ੍ਰਚਾਰ ਵੀ ਕੀਤਾ, ਤਾਂ ਕਿਤੇ ਨਾ ਕਿਤੇ ਕਈ ਅਜਿਹੇ ਜ਼ਿਲ੍ਹੇ ਵੀ ਸੀਗੇ, ਹਲਕੇ ਵੀ ਸੀਗੇ, ਜਿੱਥੇ ਵੋਟ ਗ੍ਰਾਫ ਜਿਹੜਾ ਹੈਗਾ ਕਾਂਗਰਸ ਨਾਲੋਂ ਭਾਜਪਾ ਦੇ ਕੈਂਡੀਡੇਟਾਂ ਨੂੰ ਠੀਕ ਠਾਕ ਆਇਆ ਹੈਗਾ। ਤਾਂ ਮਤਲਬ ਇਹ ਤੁਸੀਂ ਖਤਰੇ ਦੀ ਘੰਟੀ ਮੰਨਦੇ ਹੋ ਕਿ ਕਾਂਗਰਸ ਲਈ ਬਹੁਤ ਖਤਰੇ ਦੀ ਘੰਟੀ ਹੈ? ਕਿਉਂਕਿ ਤੁਸੀਂ 5 ਸਾਲ ਸਰਕਾਰ 'ਚ ਰਹਿ ਕੇ ਆਏ ਹੋ, ਤਾਂ ਤੁਸੀਂ ਜਾਂ ਤੁਹਾਡੇ ਜਿਹੜੇ ਲੀਡਰ ਹੈਗੇ ਨੇ ਦਾਅਵਾ ਕਰਦੇ ਨੇ ਕਿ ਇਹ ਕੰਮ ਅਸੀਂ ਕੀਤਾ, ਜਿਵੇਂ ਹੁਣ ਲਹਿਰੇ ਗਾਗੇ ਚਾਹੇ ਪਲਾਂਟ ਦੀ ਗੱਲ ਹੋਵੇ ਕਿ ਉਹ, ਪਰ ਵਰਕਿੰਗ ਉਹ ਹੁਣ ਹੋਇਆ। ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਇਹ ਨੁਕਸਾਨ ਹੋ ਰਿਹਾ, ਸੈਟਬੈਕ ਬਹੁਤ ਵੱਡਾ ਲੱਗ ਰਿਹਾ? ਨਹੀਂ, ਦੇਖੋ, ਆਈ ਥਿੰਕ ਕਾਂਗਰਸ ਪਾਰਟੀ ਆਪਣੀ ਗੱਲ ਨਹੀਂ ਪਹੁੰਚਾ ਪਾਈ। ਹੁਣ ਜਿਹੜੇ ਸਕੂਲਾਂ ਦੀ ਤੁਸੀਂ ਗੱਲ ਕਰ ਰਹੇ ਹੋ, ਪੰਜਾਬ ਦੇ ਸਕੂਲਾਂ ਦੇ ਵਿੱਚ ਬਹੁਤ ਸੁਧਾਰ ਹੋਇਆ। ਕੋਈ ਸਕੂਲ ਅੱਜ ਤਾਂ ਨਹੀਂ ਬਣੇ, ਸਕੂਲ ਤਾਂ ਮਤਲਬ ਕਾਫੀ ਟਾਈਮ ਤੋਂ ਬਣੇ, ਉਹਨਾਂ 'ਤੇ ਕੰਮ ਕੀਤਾ ਗਿਆ, ਸੁਧਾਰ ਹੋਇਆ, ਜਿਹੜੇ ਪਾਵਰ ਪਲਾਂਟਸ ਬਣੇ, ਨਹਿਰਾਂ ਦਾ ਕੰਮ ਹੋਇਆ। ਜਿਵੇਂ ਅੱਜ ਕੱਲ੍ਹ ਆਮ ਆਦਮੀ ਪਾਰਟੀ ਗੱਲ ਕਰਦੀ ਵੀ ਪਹਿਲੀ ਵਾਰ 70 ਸਾਲ 'ਚ ਆਹ ਕੰਮ ਹੋਇਆ, ਪਹਿਲੀ ਵਾਰੀ, ਤੇ ਸਕੂਲ ਕੋਈ 70 ਸਾਲ ਪਹਿਲੇ ਮਤਲਬ ਸਕੂਲ ਹੀ ਨਹੀਂ ਸੀ ਸਾਲ ਪਹਿਲੇ। ਹੌਸਪੀਟਲਸ ਜਿਹੜੇ ਹੈ ਮਤਲਬ ਉਹਨਾਂ ਦੀ ਸੁਧਾਰ ਕਰਨ ਦੀ ਜ਼ਰੂਰਤ ਹੈ, ਪਰ ਉਹ ਢਾਂਚਾ ਤਾਂ ਪਹਿਲੇ ਮੌਜੂਦ ਸੀਗਾ। ਨਹਿਰਾਂ, ਜਿਹੜੀ ਸਾਡੀ ਨਹਿਰਾਂ ਬਣੀ ਹੈ, ਨਵੀਂ ਨਹਿਰਾਂ ਦਾ ਨਿਰਮਾਣ ਹੋਇਆ ਹੈ, ਇੰਡਸਟਰੀ ਵੀ ਆਈ ਹੈ, ਮਤਲਬ ਕੰਮ ਤਾਂ ਬਹੁਤ ਹੋਏ ਹੈ। ਲੇਕਿਨ ਕਾਂਗਰਸ ਪਾਰਟੀ ਆਪਣੀ ਗੱਲ ਲੋਕਾਂ ਤੱਕ ਨਹੀਂ ਪਹੁੰਚਾ ਪਾਈ। ਐਂਡ ਜੋ ਕਮੀਆਂ ਪੇਸ਼ੀਆਂ ਸੀਗੀ, ਇਸ ਕਰਕੇ ਜਿਵੇਂ ਮੈਂ ਬਾਰ-ਬਾਰ ਕਹਿ ਰਿਹਾ, ਲੋਕਤੰਤਰ ਦੇ ਵਿੱਚ ਅਲਟੀਮੇਟਲੀ ਜਿਹੜਾ ਵੋਟਰ ਹੈ ਉਹਨੂੰ ਹੀ ਆਪਾਂ ਰੱਬ ਮੰਨਦੇ ਹਾਂ, ਵੋਟਰ ਨੂੰ, ਤੇ ਉਹਨੇ ਫੈਸਲਾ ਕੁਝ ਸੋਚ ਸਮਝ ਕੇ ਕੀਤਾ ਹੋਣਾ, ਕਿਉਂਕਿ ਕਿਤੇ ਨਾ ਕਿਤੇ ਉਹਨੂੰ ਮਹਿਸੂਸ ਹੋ ਰਿਹਾ ਸੀ ਵੀ ਸਰਕਾਰ ਲੋਕਾਂ ਵਾਸਤੇ ਕੰਮ ਨਹੀਂ ਕਰ ਰਹੀ।
ਤੇ ਜੀ ਜਾਖੜ ਸਾਹਿਬ, ਮੰਨਦੇ ਹੋ ਕਿ ਸਿਆਸਤ ਦੇ ਵਿੱਚ ਕਦੀ ਕੁਝ ਵੀ ਸਥਾਈ ਨਹੀਂ ਰਹਿੰਦਾ ਹੈਗਾ? ਸੁਨੀਲ ਜਾਖੜ ਜੀ ਭਾਜਪਾ 'ਚ ਚਲੇ ਗਏ, ਕਿਤੇ ਨਾ ਕਿਤੇ ਕਾਂਗਰਸ ਦੇ ਜਿਹੜੀ ਹੁਣ ਨਵੀਂ ਲੀਡਰਸ਼ਿਪ ਹੈ ਜਾਂ ਰਾਜਾ ਵੜਿੰਗ ਨੇ, ਤਾਂ ਮਤਲਬ ਉਹ ਕੋਆਪਰੇਸ਼ਨ ਜਾਂ ਉਸ ਤਰੀਕੇ ਦੀ ਜਿਹੜੀ ਚੀਜ਼ਾਂ ਹੈਗੀਆਂ ਨੇ ਵੀ, ਇੱਕ ਜਿਵੇਂ ਹੁੰਦਾ ਕਿ ਮੀਟਿੰਗਾਂ 'ਚ ਨਹੀਂ ਬੁਲਾਉਣਾ ਜਾਂ ਦੱਸਣਾ ਨਹੀਂ, ਕੋਈ ਮੈਸੇਜ ਨਹੀਂ ਆਉਣੇ ਜਾਂ ਕੋਲ, ਜਿਵੇਂ ਤੁਸੀਂ ਖੁਦ ਕਹਿ ਰਹੇ ਹੋ ਕਿ ਮਜ਼ਬੂਤ ਕਰਨ ਦੀ ਬਜਾਏ ਬੰਦੇ ਬਾਹਰ ਕੀਤੇ ਜਾ ਰਹੇ ਨੇ, ਈਵਨ ਪੁਰਾਣੇ ਜਿਹੜੇ ਖੁਦ ਕੰਮ ਕਰ ਚੁੱਕੇ ਨੇ, ਤਾਂ ਕਿਤੇ ਨਾ ਕਿਤੇ ਮਤਲਬ ਸਾਈਡਲਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਹੀਂ, ਸਾਈਡਲਾਈਨ ਤਾਂ ਮੈਨੂੰ ਪਤਾ ਨਹੀਂ, ਪਰ ਜਿਵੇਂ ਤੁਸੀਂ ਕਹਿ ਰਹੇ ਕੋਆਪਰੇਸ਼ਨ ਤਾਂ ਨਹੀਂ ਹੈ। ਮੈਂ ਤਾਂ ਮੇਰਾ ਐਗਜ਼ਾਮਪਲ ਦੇ ਸਕਦਾ, ਤਾਂ ਹੀ ਤੁਹਾਨੂੰ ਸਵਾਲ ਨਹੀਂ ਹੈ ਕੋਆਪਰੇਸ਼ਨ, ਬਿਲਕੁਲ ਨਹੀਂ ਹੈ ਕੋਆਪਰੇਸ਼ਨ। ਮੈਨੂੰ ਤਾਂ ਹਰ ਚੀਜ਼ ਦੇ ਵਿੱਚ ਸ਼ੱਕ ਦੀ ਨਜ਼ਰ ਨਾਲ ਵੇਖਦੇ ਹੈ, ਤੇ ਮੈਨੂੰ ਬੁਲਾ ਕੇ ਕਲੀਅਰ ਕਰੋ ਗੱਲ। ਨਹੀਂ ਸੰਦੀਪ, ਤੇਰੇ ਮਨ 'ਚ ਕੀ ਹੈ? ਤੁਸੀਂ ਗੱਲ ਕਹੀ ਕਿ ਸ਼ੱਕ ਦੀ ਨਜ਼ਰ ਨਾਲ ਦੇਖਦੇ ਨੇ, ਵਿੱਚ ਜੀ ਗੱਲਾਂ ਵੀ ਉੱਠੀਆਂ ਸੀ ਜਦੋਂ ਜਾਖੜ ਸਾਹਿਬ, ਸੁਨੀਲ ਜਾਖੜ ਸਾਹਿਬ ਭਾਜਪਾ 'ਚ ਸ਼ਾਮਲ ਹੋ ਗਏ, ਕਹਿੰਦੇ ਸੁਨੀਲ ਜਾਖੜ ਬੀਜੇਪੀ ਦਾ ਹੀ ਪਾਰਟ ਆ, ਤੇ ਇਹ ਗੱਲਾਂ 'ਚ ਕਿੰਨੀ ਕਿ ਸੱਚਾਈ ਹੈ? ਕਿਉਂ ਸ਼ੱਕ ਨਾਲ ਤੁਹਾਨੂੰ ਦੇਖਦੇ? ਨਹੀਂ, ਉਹ ਤਾਂ ਉਹ ਦੱਸਣ ਨਾ ਕਿਉਂ ਮੈਨੂੰ ਸ਼ੱਕ ਨਾਲ ਵੇਖਦੇ। ਮੈਂ ਇੱਕ ਉਦਾਹਰਣ ਦਿੰਦਾ, ਜਦੋਂ ਰਾਸ਼ਟਰਪਤੀ ਦੀ ਵੋਟ ਪਈ ਸੀ, ਹਾਂ ਹੁਣੇ ਮਗਰ ਕੁਝ ਮਹੀਨੇ ਪਹਿਲੇ, ਹਾਂ ਉਹਨਾਂ ਦੀ ਜਦੋਂ VOTING ਹੋਈ ਸੀ, ਕਾਂਗਰਸ ਪਾਰਟੀ ਤੋਂ ਚਾਰ ਵੋਟਾਂ ਮਤਲਬ ਕ੍ਰਾਸ VOTING ਹੋਈ ਸੀ, ਚਾਰ ਵੋਟ, ਤੇ ਸਾਰਿਆਂ ਨੇ ਮੈਨੂੰ ਟਾਰਗੇਟ ਕੀਤਾ। ਕਈਆਂ ਨੇ ਮੈਨੂੰ, ਸਾਰਿਆਂ ਨੇ ਨਹੀਂ, ਕਈਆਂ ਨੇ ਮੈਨੂੰ ਟਾਰਗੇਟ ਕੀਤਾ ਵੀ ਜ਼ਰੂਰ ਸੰਦੀਪ ਦਾ ਜਿਹੜਾ ਹੋਣਾ, ਤੇ ਮੈਨੂੰ ਇਕੱਲੇ ਨੂੰ ਕਿਉਂ ਟਾਰਗੇਟ ਕਰਦੇ ਹੋ? ਜਿਵੇਂ ਤੁਸੀਂ ਕਿਹਾ ਵੀ ਮੇਰੇ ਚਾਚਾ ਜੀ ਬੀਜੇਪੀ ਦੇ ਵਿੱਚ ਹੈ, ਪਰ ਕਈਆਂ ਦੇ ਮਤਲਬ ਕਿਸੇ ਦਾ ਭਰਾ ਬੀਜੇਪੀ 'ਚ ਹੈ, ਔਰ ਕਿਸੇ ਦੇ ਕੋਈ ਰਿਸ਼ਤੇਦਾਰ ਬੀਜੇਪੀ 'ਚ ਹੈ, ਤੇ ਕੱਲਾ ਸੰਦੀਪ ਨੂੰ ਟਾਰਗੇਟ ਕਰਦੇ ਹੋ, ਫਿਰ ਕਿੱਥੇ ਨਾ ਕਿੱਥੇ ਤਾਂ ਮਤਲਬ ਗੱਲ ਤਾਂ ਫਿਰ ਮੈਂ ਵੀ ਆਪਣੀ ਦੇਖੋ, ਲੋਕਾਂ ਦੀ ਜੇ ਸੇਵਾ ਕਰਨੀ ਹੈ, ਸਿਆਸਤ ਦੇ ਵਿੱਚ ਰਹਿਣਾ, ਕੋਈ ਪਲੇਟਫਾਰਮ ਤਾਂ ਹਰ ਬੰਦੇ ਨੂੰ ਚਾਹੀਦਾ, ਤੇ ਜੇ ਮੇਰੀ ਪਾਰਟੀ ਮੈਨੂੰ ਨਹੀਂ ਕੰਸੀਡਰ ਕਰੂਗੀ, ਫਿਰ ਮੈਂ ਕੋਈ ਨਾ ਕੋਈ ਜਗ੍ਹਾ ਤਾਂ ਮੈਂ ਆਪਣੀ ਬਣਾਉਂਗਾ ਹੀ। ਮਤਲਬ ਤੁਸੀਂ ਇੰਡੀਵਿਜੂਅਲ ਤੌਰ ਤੇ ਇਹ ਕਹਿ ਰਹੇ ਹੋ, ਤੁਹਾਡੀ ਆਇਡੈਂਟੀ ਇੱਕ ਉਸ ਚੀਜ਼ ਨਾਲ ਜੋੜ ਕੇ ਡਿਮੋਲਿਸ਼ ਕਰਨ ਦੀ ਖਤਮ ਕੀਤੀ ਜਾ ਰਹੀ ਹੈ। ਹਾਲਾਂਕਿ ਤੁਸੀਂ ਅਬੋਹਰ ਦੇ ਵਿੱਚ ਕਾਫੀ ਟਾਈਮ ਤੋਂ ਐਕਟਿਵ ਸੀ, ਜੇਕਰ ਅਸੀਂ ਤੁਹਾਡੀਆਂ ਐਕਟੀਵਿਟੀਜ਼ ਦੇਖੀਏ, ਮਤਲਬ ਉਹ ਚੀਜ਼ਾਂ ਤੁਹਾਡੀ ਪਾਰਟੀ ਹੁਣ ਦੇਖ ਨਹੀਂ ਰਹੀ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਤੁਸੀਂ ਜੇ ਜਿੱਤ ਕੇ ਆਏ ਹੋ, ਕਾਂਗਰਸ ਵੱਲੋਂ ਜਿੱਤ ਕੇ ਆਏ ਹੋ, ਤਾਂ ਹੁਣ ਇਹ ਚੀਜ਼ਾਂ ਜੇਕਰ ਸੁਨੀਲ ਜਾਖੜ ਜੀ ਭਾਜਪਾ 'ਚ ਚਲੇ ਜਾਂਦੇ ਨੇ, ਤਾਂ ਉਹ ਇੰਟਰਲਿੰਕ ਕਰਕੇ ਹਰ ਇੱਕ ਚੀਜ਼ ਪੱਖੋਂ ਤੁਹਾਨੂੰ ਪਿੱਛੇ ਰੱਖਿਆ ਜਾ ਰਿਹਾ ਹੈ। ਯੈਸ, ਮੈਂ ਕਹਿੰਦਾ ਵੀ ਭੇਦਭਾਵ, ਜਿਵੇਂ ਮੈਂ ਭੇਦਭਾਵ ਦੀ ਗੱਲ ਕੀਤੀ, ਪਹਿਲੇ ਸੁਨੀਲ ਜਾਖੜ ਜੀ ਨਾਲ ਵੀ ਆਈ ਹੋਇਆ ਸੀ, ਹੁਣ ਮੇਰੇ ਨਾਲ ਵੀ ਆਈ ਕਰ ਰਹੇ ਹੈ, ਤੇ ਭੇਦਭਾਵ ਤਾਂ ਨਹੀਂ ਹੋਣਾ ਚਾਹੀਦਾ ਨਾ। ਜੇ ਟਾਰਗੇਟ ਕਰਨਾ ਹੈ ਤੁਸੀਂ, ਤੇ ਸਾਰਿਆਂ ਨੂੰ ਟਾਰਗੇਟ ਕਰੋ, ਕੱਲੇ ਸੰਦੀਪ ਨੂੰ ਕਿਉਂ ਟਾਰਗੇਟ ਕਰਦੇ ਹੋ? ਜਿਹਦੇ ਰਿਸ਼ਤੇਦਾਰ ਬਾਕੀ ਪਾਰਟੀਆਂ 'ਚ ਹੈ, ਉਹਨਾਂ ਨੂੰ ਵੀ ਟਾਰਗੇਟ ਕਰੋ, ਕੱਲੇ ਮੈਨੂੰ ਕਿਉਂ ਟਾਰਗੇਟ ਕਰਦੇ ਹੋ? ਹਾਈ ਕਮਾਨ ਨੂੰ ਕਦੀ ਕੁਝ ਲਿਖਿਆ ਕਿ ਇਹ ਚੀਜ਼ਾਂ ਹੈਗੀਆਂ ਨੇ? ਨਹੀਂ, ਹੁਣ ਨਵੇਂ ਪ੍ਰਧਾਨ ਬਣੇ ਹੈ ਖਾੜਗੇ ਸਾਹਿਬ, ਇੱਕ ਵਾਰ ਉਹ ਥੋੜਾ ਜਿਹਾ ਯਾਤਰਾ ਕਰਕੇ, ਤੇ ਉਹ ਸਾਰੇ ਬਿਜ਼ੀ ਹੈ, ਉਹਨਾਂ ਤੋਂ ਮੈਂ ਟਾਈਮ ਲੈ ਕੇ ਮਿਲ ਕੇ ਆਊਂਗਾ, ਐਂਡ ਮੇਰੀ ਗੱਲ ਜ਼ਰੂਰ ਰੱਖੂੰਗਾ ਮੈਂ ਵੀ ਮਤਲਬ ਮੇਰਾ ਮਸਲਾ ਹੱਲ ਕਰਕੇ ਦਿਓ, ਜਾਂ ਤਾਂ ਮੈਨੂੰ ਜਵਾਬ ਦੇ ਦਿਓ ਵੀ ਠੀਕ ਹੈ ਜੀ, ਵੀ ਡੋਂਟ ਵਾਂਟ ਯੂ, ਪਰ ਇੱਕ ਪਾਸੇ ਤਾਂ ਲਾਓ ਮੈਨੂੰ। ਤੇ ਆਪਣੀ ਅਬੋਹਰ ਦੀ ਜਨਤਾ ਨੂੰ ਫਿਰ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ? ਕਿਉਂਕਿ ਲੋਕ ਵੀ ਕਨਫਿਊਜ਼ ਹੋਣਗੇ, ਕਿਉਂਕਿ ਉਹਨਾਂ ਨੇ ਤੁਹਾਨੂੰ ਜਿਤਾ ਕੇ ਨਹੀਂ, ਅਬੋਹਰ ਦੇ ਲੋਕ, ਮੈਂ ਰੂਟੀਨ ਦੇ ਵਿੱਚ ਲੋਕਾਂ ਦੇ ਵਿੱਚ ਹੀ ਹੁੰਦਾ, ਅਬੋਹਰ ਦੇ ਲੋਕ ਮੈਜੋਰਿਟੀ ਜਿਹੜੇ ਸਾਡੇ ਵਰਕਰਸ ਹੈ, ਉਹਨਾਂ ਨੇ ਮੈਨੂੰ ਕਿਹਾ ਵੀ ਸੰਦੀਪ ਅਸੀਂ ਤੇਰੇ ਨਾਲ ਹੈਗੇ ਆ, ਜਿਹੜਾ ਵੀ ਤੁਸੀਂ ਫੈਸਲਾ ਕਰੋਗੇ ਵੀ ਆਰ ਵਿਦ ਯੂ। ਮੈਂ ਤਾਂ, ਮੇਰਾ ਇਮੀਡੀਏਟ ਫੋਕਸ ਜਿਹੜਾ ਹੈ, ਉਹ ਜਿਹੜੇ ਅਬੋਹਰ ਦੇ, ਸਾਡੇ ਅਬੋਹਰ ਹਲਕੇ ਦੇ, ਫਾਜ਼ਿਲਕਾ ਜ਼ਿਲ੍ਹੇ ਦੇ ਜਿਹੜੇ ਕੰਮਕਾਜ ਹੈ, ਉਹਨਾਂ ਦੇ ਉੱਤੇ ਕਾਰਵਾਈ ਵਰਕਿੰਗ ਕਰ ਰਿਹਾ। ਆਪਣਾ ਵਿਪਕਸ਼ ਦਾ ਰੋਲ ਹੈ ਜਿਹੜਾ ਸਾਡਾ, ਮਤਲਬ ਸਰਕਾਰ ਨੂੰ ਚੇਤਾ ਕਰਾਉਣਾ, ਉਹ ਮੈਂ ਰੋਲ ਕਰ ਰਿਹਾ, ਤੇ ਉਹ ਜਦੋਂ ਮੌਕਾ ਆਊਗਾ ਫਿਰ ਕੋਈ ਨਾ ਕੋਈ ਫੈਸਲਾ ਤਾਂ ਕਰਨਾ ਹੀ ਪੈਣਾ। ਜੇ ਇਸੇ ਹਿਸਾਬ ਨਾਲ ਚੱਲਦਾ ਰਿਹਾ ਤੇ ਕੋਈ ਨਾ ਕੋਈ ਡਿਸੀਜਨ ਤਾਂ ਲੈਣਾ ਹੀ ਪੈਣਾ ਹੈ। ਮਤਲਬ ਮੀਟਿੰਗ ਤੱਕ ਤੁਸੀਂ ਵੇਟ ਕਰੋਗੇ ਖੜਗੇ ਸਾਹਿਬ? ਨਹੀਂ, ਮੀਟਿੰਗ ਮੈਂ ਕਰੂੰਗਾ, ਮੈਂ ਤਾਂ ਆਪ ਕਰੂੰਗਾ, ਉਹ ਮੇਰਾ ਵੀ ਬਣਦਾ, ਮੇਰਾ ਫਰਜ਼ ਵੀ ਬਣਦਾ ਜਾ ਕੇ ਮੈਂ ਆਪਣੀ ਗੱਲ ਤਾਂ ਦੱਸਾਂ ਉਹਨਾਂ ਨੂੰ। ਨਹੀਂ, ਜੋ ਗੱਲ ਕੈਪਟਨ ਸਾਹਿਬ ਨੇ ਕਹੀ ਰਿਜ਼ਾਈਨ ਦੇਣ ਤੋਂ ਬਾਅਦ, ਜੋ ਕਾਂਗਰਸ ਛੱਡਣ ਤੋਂ ਬਾਅਦ ਜਾਖੜ ਸਾਹਿਬ ਨੇ ਮੀਡੀਆ ਸਾਹਮਣੇ ਆ ਕੇ ਕਹੀ, ਉਹੀ ਗੱਲ ਤੁਹਾਡੇ ਗੱਲਾਂ 'ਚੋਂ ਲੱਗ ਰਹੀ ਆ, ਤਾਂ ਕੀ ਤੁਸੀਂ ਵੀ ਮਤਲਬ ਫਰਸਟ੍ਰੇਟ ਜਿਹਨੂੰ ਕਹਿੰਦੇ ਹੋ ਕਿ ਸਿਆਸੀ ਤੌਰ ਤੇ ਹੋ ਚੁੱਕੇ ਹੋ? ਜੋ ਗੱਲਾਂ ਚੱਲ ਰਹੀਆਂ, ਦੇਖੋ ਮੈਂ ਤਾਂ ਪਹਿਲੀ ਵਾਰ MLA ਬਣਿਆ, ਮੈਂ ਕੋਈ ਫਰਸਟ੍ਰੇਟ ਨਹੀਂ ਹੋਇਆ। ਦੇਖੋ ਸਿਆਸੀ ਤੌਰ ਤੇ ਜਿਹੜੀ ਪਾਰਟੀਆਂ ਨੂੰ ਲੈ ਕੇ ਲੋਕ ਨਾਲ ਹੈਗੇ, ਲੋਕਾਂ ਨੇ ਇੱਥੇ ਤੱਕ ਮੈਨੂੰ ਪਹੁੰਚਾਇਆ, ਅਬੋਹਰ ਦੇ ਲੋਕ ਮੇਰੇ ਨਾਲ ਹੈਗੇ, ਲੇਕਿਨ ਯੈਸ ਕੁਝ ਇਸ਼ੂਜ਼ ਹੈਗੇ ਹੈ, ਉਹ ਮੇਰੇ ਕੁਝ ਪਰਸਨਲ ਇਸ਼ੂਜ਼ ਹੈ, ਤੇ ਉਹ ਮੈਂ ਪਾਰਟੀ ਪ੍ਰੈਜ਼ੀਡੈਂਟ ਨਾਲ ਗੱਲ ਕਰੂੰਗਾ, ਕਿਉਂਕਿ ਜਿਹੜੇ ਲੋਕਲ ਪ੍ਰੈਜ਼ੀਡੈਂਟ ਹੈ ਉਹ ਤਾਂ ਮਤਲਬ ਨਹੀਂ ਮੇਰੇ ਨਾਲ ਗੱਲ ਕਰਦੇ। ਵੈਸੇ ਉਹਨਾਂ ਨਾਲ ਵੀ ਮੇਰੇ ਮਤਲਬ ਕੋਈ ਨਹੀਂ ਵੀ ਕੋਈ ਦੁਸ਼ਮਣੀ ਉਹਨਾਂ ਨਾਲ, ਪਰ ਉਹ ਨਹੀਂ ਗੱਲ ਕਰਦੇ ਇਸ ਮੁੱਦੇ ਤੇ। ਤਾਂ ਮੈਂ ਪਾਰਟੀ ਪ੍ਰੈਜ਼ੀਡੈਂਟ ਜਿਹੜੇ ਨੈਸ਼ਨਲ ਪ੍ਰੈਜ਼ੀਡੈਂਟ ਖੜਗੇ ਸਾਹਿਬ, ਉਹਨਾਂ ਨਾਲ ਮੈਂ ਗੱਲ ਕਰੂੰਗਾ, ਆਪਣੀ ਗੱਲ ਰੱਖੂੰਗਾ,
ਫਿਰ ਉਹਦੇ ਬਾਅਦ ਵੇਖਦੇ ਕੀ ਬਣਦਾ ਹੈ। ਜੀ। ਤੇ ਜਿਹੜੀ ਤੁਸੀਂ ਗੱਲ ਕਹੀ ਕਿ ਪਾਰਟੀ ਦੀ ਲੋੜ ਪੈਂਦੀ ਹੈ ਸਿਆਸੀ ਬੰਦੇ ਨੂੰ, ਇਹੀ ਗੱਲ ਕਹੀ ਸੀ ਜਦੋਂ ਖੈਰਾ ਸਾਹਿਬ ਪਾਰਟੀ ਛੱਡ ਕੇ ਆਏ ਸੀ, ਕਾਂਗਰਸ ਦੇ ਵਿੱਚ ਕੈਪਟਨ ਸਾਹਿਬ ਨੇ ਜੁਆਇਨ ਕਰਵਾਏ ਸੀ ਤੇ ਜਗਬਾਣੀ ਨੇ ਜਦ ਉਹਨਾਂ ਦਾ ਇੰਟਰਵਿਊ ਲਿਆ ਸੀ ਤਾਂ ਇਹੀ ਗੱਲ ਉਹਨਾਂ ਨੇ ਕਹੀ ਕਿ ਸਿਆਸੀ ਬੰਦੇ ਨੂੰ ਇੱਕ ਪਾਰਟੀ ਪਲੇਟਫਾਰਮ ਦੀ ਲੋੜ ਪੈਂਦੀ ਆ। ਤੇ ਕੀ ਜਿਹੋ ਜਿਹੇ ਹਾਲਾਤ ਤੁਹਾਡੀਆਂ ਗੱਲਾਂ ਤੋਂ ਲੱਗ ਰਹੇ ਕਿ ਤੁਸੀਂ ਕਹਿ ਰਹੇ ਹੋ ਕਿ ਹਾਂ ਪਾਰਟੀ ਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਨੇ ਜਾਂ ਜਿੱਦਾਂ ਤੁਹਾਨੂੰ ਟਰੀਟ ਕੀਤਾ ਜਾਂਦਾ ਤੇ ਤੁਸੀਂ ਫਿਰ ਪਾਰਟੀ ਚੇਂਜ ਕਰ ਦੋਗੇ? ਨਹੀਂ ਦੇਖੋ, ਕੁਝ ਬੰਦੇ ਮੈਨੂੰ ਠੀਕ ਨਹੀਂ ਮਤਲਬ ਟਰੀਟ ਕਰ ਰਹੇ। ਤੇ ਕੌਣ ਲੇਕਿਨ ਅਗੇਨ ਜਿਵੇਂ ਤੁਸੀਂ ਕਿਹਾ, ਇੱਕ ਵਾਰ ਤਾਂ ਮੇਰੇ ਕੋਲੇ ਪਲੇਟਫਾਰਮ ਹੈ, ਮੈਂ ਮੇਰੀ ਗੱਲ ਰੱਖ ਰਿਹਾ। ਜਦੋਂ ਵਿਧਾਨ ਸਭਾ ਹੁਣ 2 ਸੈਸ਼ਨਸ ਹੋਏ ਵਿਧਾਨ ਸਭਾ ਦੇ, ਬਕਾਇਦਾ ਉਹਦੇ ਵਿੱਚ ਬਾਜਵਾ ਸਾਹਿਬ ਨੇ ਵਧੀਆ ਮੈਨੂੰ ਗਾਈਡ ਵੀ ਕੀਤਾ, ਮੈਨੂੰ ਮੌਕਾ ਵੀ ਦਿੱਤਾ ਹਰ ਚੀਜ਼ ਦਾ, ਤੇ ਪਲੇਟਫਾਰਮ ਮੇਰੇ ਕੋਲੇ ਹੈ। ਪਰ ਅੱਗੇ ਜਿਵੇਂ ਮਤਲਬ ਜੇ ਕੋਈ ਮੇਰੇ ਨਾਲ ਸਲਾਹ ਕਰਨਗੇ, ਮੈਨੂੰ ਕੌਨਫੀਡੈਂਸ 'ਚ ਲੈਣਗੇ ਤਾਂ ਵੈਲ ਐਂਡ ਗੁੱਡ। ਮੈਂ ਇਹ ਤੇ ਆਉਣ ਵਾਲਾ ਸੀਗਾ ਜਾਖੜ ਸਾਹਿਬ, ਤੁਸੀਂ ਪ੍ਰਤਾਪ ਬਾਜਵਾ ਜੀ ਹੋਣਾ ਦਾ ਜ਼ਿਕਰ ਕੀਤਾ, ਤਾਂ ਕੀ ਮਹਿਸੂਸ ਕਰਦੇ ਹੈਗੇ ਹੋ ਕਿ ਜਿਹੜੀ ਲੀਡਰਸ਼ਿਪ ਹੈਗੀ ਹੈ, ਤੁਸੀਂ ਹਾਲਾਂਕਿ ਪਹਿਲੇ ਕਹਿ ਦਿੱਤਾ ਕਿ ਲੀਡਰਸ਼ਿਪ ਕੁਆਲਿਟੀ ਜਿਹੜੀ ਹੈਗੀ ਹੈ ਕਿਤੇ ਨਾ ਕਿਤੇ ਘਟ ਗਈ ਹੈਗੀ ਹੈ, ਤਾਂ ਪ੍ਰਤਾਪ ਸਿੰਘ ਬਾਜਵਾ ਹੋਣੀ ਉਹ ਤੁਹਾਨੂੰ ਮਿਲ ਜੁਲ ਰਹੇ ਹੋਣਗੇ, ਤੁਹਾਡੇ ਨਾਲ ਚਰਚਾ ਕਰ ਰਹੇ ਹੋਣਗੇ, ਤਾਂ ਹੋਰ ਕਿਹੜੇ-ਕਿਹੜੇ ਲੀਡਰ ਨੇ ਜਿਹੜੇ ਚਾਹੁੰਦੇ ਨੇ ਕਿ ਸੰਦੀਪ ਜਾਖੜ ਕਾਂਗਰਸ ਦਾ ਹੀ ਹਿੱਸਾ ਰਹਿਣ? ਨਹੀਂ, ਉਹ ਤਾਂ ਦੇਖੋ ਮੇਰੇ ਲਗਭਗ ਸਾਰਿਆਂ ਨਾਲ, ਮੇਰੇ ਜਿੰਨੇ ਵੀ ਕਲੀਗਸ ਹੈ ਸਾਰਿਆਂ ਨਾਲ ਚੰਗੇ ਰਿਲੇਸ਼ਨਸ ਹੈ। ਬਾਜਵਾ ਸਾਹਿਬ ਨਾਲ ਚੰਗੇ ਮੇਰੇ ਰਿਲੇਸ਼ਨਸ ਹੈ, ਖੈਰਾ ਸਾਹਿਬ ਮੈਨੂੰ ਗਾਈਡ ਕਰਦੇ ਰਹਿੰਦੇ ਹੈ, ਪ੍ਰਗਟ ਸਿੰਘ ਜੀ ਮੈਨੂੰ ਗਾਈਡ ਕਰਦੇ ਰਹਿੰਦੇ ਹੈ, ਅਵਤਾਰ ਹੈਨਰੀ ਜੂਨੀਅਰ ਜੀ, ਸਾਰੇ ਕਲੀਗਸ ਪੂਰੀ ਸਾਰੇ, ਮਤਲਬ ਆਈ ਹੈਵ ਗੁੱਡ ਰਿਲੇਸ਼ਨਸ ਵਿਦ ਐਵਰੀਵਨ। ਮਤਲਬ ਸਪੈਸ਼ਲੀ ਜਿਵੇਂ ਮੈਂ ਕਿਹਾ 2 ਸੈਸ਼ਨਸ ਹੋਏ ਹੈ ਤੇ ਸਾਰਿਆਂ ਨੇ ਮੇਰੇ ਨਾਲ ਕੋਆਪਰੇਟ ਕੀਤਾ ਹੈ, ਮੈਨੂੰ ਗਾਈਡ ਵੀ ਕੀਤਾ ਹੈ। ਪਰ ਪ੍ਰਧਾਨ ਜੀ ਨੂੰ ਪਤਾ ਨਹੀਂ ਮੇਰੇ ਨਾਲ ਕੀ ਇਸ਼ੂ ਹੈ, ਉਹ ਤਾਂ ਫਿਰ ਉਹ ਬਿਹਤਰ ਦੱਸ ਸਕਦੇ। ਅੱਛਾ, ਤੁਸੀਂ ਦੱਸ ਸਕਦੇ ਹੋ ਕਿ ਜੇਕਰ ਨਵਾਂ ਪ੍ਰਧਾਨ, ਜੇ ਤੁਸੀਂ ਕਹਿ ਰਹੇ ਹੋ ਕਿ ਹੁਣ ਵਾਲੇ ਪ੍ਰਧਾਨ ਰਾਜਾ ਵੜਿੰਗ ਨਾਲ ਤੁਹਾਨੂੰ ਕੁਝ ਇਸ਼ੂਜ਼ ਹੈਗੇ ਨੇ, ਕਮਿਊਨੀਕੇਸ਼ਨ ਇਸ਼ੂਜ਼ ਨੇ ਜਾਂ ਵਾਟਐਵਰ ਕੁਝ ਵੀ ਇਸ਼ੂਜ਼ ਨੇ, ਤਾਂ ਜੇਕਰ ਕੋਈ ਪ੍ਰਧਾਨ ਹੋਣਾ ਚਾਹੀਦਾ ਜਿਹੜਾ ਸਾਰਿਆਂ ਨੂੰ ਨਾਲ ਲੈ ਕੇ ਚੱਲੇ, ਤਾਂ ਉਹ ਤੁਹਾਡੀ ਨਜ਼ਰ ਦੇ ਵਿੱਚ ਕੌਣ ਹੈਗਾ? ਨਹੀਂ, ਉਹ ਤਾਂ ਦੇਖੋ ਪਾਰਟੀ ਦਾ ਫੈਸਲਾ ਹੈ। ਪਾਰਟੀ ਹੁਣ ਮੌਕੇ ਤੇ ਪ੍ਰਧਾਨ ਹੈਗੇ, ਇਹ ਤਾਂ ਸਪੈਕੂਲੇਸ਼ਨ ਹੈ ਵੀ ਆ ਜੇ ਆ ਹੋ ਜੇ, ਇਹਦਾ ਕੋਈ ਅੰਤ ਹੀ ਨਹੀਂ ਹੈ। ਸਪੈਕੂਲੇਸ਼ਨਸ ਹੈਗੀ ਹੈ, ਮੈਂ ਤਾਂ ਕਹਿੰਦਾ ਵੀ ਅੱਜ ਆ ਹੋ ਜਾਊਗਾ ਜਾਂ ਐਵੇਂ ਹੋ ਜਾਊਗਾ। ਮੌਕੇ ਤੇ ਜਿਹੜੇ ਪ੍ਰਧਾਨ ਹੈ ਉਹਨਾਂ ਨਾਲ ਹੀ ਕੰਮ ਕਰਨਾ ਪੈਣਾ ਹੈ ਤੇ ਉਹ ਹੁਣ ਪਾਰਟੀ ਨੇ ਫੈਸਲਾ ਕਰਨਾ ਵੀ ਮੈਨੂੰ ਕਿਵੇਂ ਟਰੀਟ ਕਰਦੇ ਆ, ਕੀ ਮੈਨੂੰ ਕਿਸ ਪਾਸੇ ਲੈ ਕੇ ਜਾਂਦੇ ਆ। ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਚਲੋ, ਤੇ ਤੁਸੀਂ ਸੁਣਿਆ ਸਿਆਸੀ ਸਵਾਲਾਂ ਦਾ ਜਵਾਬ ਕਿ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੋ ਕੇ ਜਾਖੜ ਸਾਹਿਬ ਨੇ ਜਿਹੜੇ ਅਸੀਂ ਸਵਾਲ ਪੁੱਛੇ, ਜਿਹੜੇ ਆਮ ਲੋਕਾਂ ਵੱਲੋਂ ਵੀ ਭੇਜੇ ਗਏ ਸੀ ਤੇ ਸਾਡੇ ਕੋਲ ਵੀ ਉਹਨਾਂ ਵਿੱਚੋਂ ਕੁਝ ਸੀ। ਤੇ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨੇ, ਮੈਨੂੰ ਦਿਓ ਇਜਾਜ਼ਤ, ਧੰਨਵਾਦ।